तीरथ नावा जे तिस भावा विण भाणे के नाय करी। जेती सिमटो पाई वेखा विण कर्मा के मिले लई। मत विच रतन जवाहर माणिक जे एक गुर की सिख सुनी। गुरा एक दे बुझाई सबना जियां का एक दाता। सो मैं विसर न जाई। जगत गुरु बाबा गुरु नानक देव जी महाराज जपजी ਸਾਹਿਬ ਦੀ ਪਾਵਨ 6ਵੀਂ ਪੌੜੀ ਦੇ ਵਿੱਚ ਕੁਝ ਬੁਨਿਆਦੀ ਧਾਰਮਿਕ ਵਿਚਾਰਾਂ ਦਾ ਜ਼ਿਕਰ ਕਰਦੇ ਨੇ। ਪ੍ਰਭੂ ਨੂੰ ਭਾ ਜਾਈਏ, ਉਹਨੂੰ ਚੰਗੇ ਲੱਗ ਜਾਈਏ ਤਾਂ ਸਭ ਕੁਝ ਪ੍ਰਵਾਨ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਜਨਮਾਂ ਜਨਮਾਂਤਰਾਂ ਦੇ ਸੰਸਕਾਰ ਧੁੱਲ ਜਾਂਦੇ ਨੇ। ਸਮੂਹ ਧਾਰਮਿਕ ਸਾਧਨਾ ਮਹਿਜ਼ ਇਸ ਵਾਸਤੇ ਹੈ ਕਿ ਪ੍ਰਭੂ ਨੂੰ ਭਾ ਜਾਈਏ। ਧਾਰਮਿਕ ਸਾਧਨਾ ਦੇ ਵਿੱਚ ਪ੍ਰਾਚੀਨ ਸਮੇਂ ਤੋਂ ਇਹ ਵੀ ਇੱਕ ਸਾਧਨਾ ਰਹੀ ਹੈ ਤੀਰਥਾਂ ਦਾ ਰਟਨ। ਤੇ ਤੀਰਥ ਦਾ ਅਖਰੀ ਅਰਥ ਇੰਨਾ ਹੀ ਹੈ, ਉਹ ਤੱਟ ਜਿੱਥੋਂ ਮਨੁੱਖ ਦਰਿਆ ਨੂੰ ਪਾਰ ਕਰਦਾ ਹੈ, ਨਦੀ ਨੂੰ ਪਾਰ ਕਰਦਾ ਹੈ। ਜਿੱਥੋਂ ਪਾਰ ਹੋਣ ਦਾ ਵਸੀਲਾ ਮਿਲੇ ਉਹ ਤੀਰਥ। ਭਾਵ ਸਾਗਰ ਤੋਂ ਪਾਰ ਹੋਣ ਦਾ ਜੋ ਵਸੀਲਾ ਜਿਸ ਥਾਂ ਤੋਂ ਮਿਲੇ, ਜਿੱਥੇ ਪ੍ਰਭੂ ਚਿੰਤਨ ਜਾਗ ਸਕੇ, ਜਿੱਥੇ ਹਿਰਦਾ ਪਵਿੱਤਰ ਹੋ ਸਕੇ, ਜਿੱਥੇ ਦੈਵੀ ਗੁਣਾਂ ਦੀ ਸੰਪਦਾ ਅੰਤਰ ਆਤਮੇ ਦੇ ਚ ਪੈਦਾ ਹੋ ਸਕੇ, ਉਹ ਅਸਥਾਨ ਤੀਰਥ। ਕਿਉਂਕਿ ਦੈਵੀ ਗੁਣਾਂ ਦੀ ਸੰਪਦਾ ਦੇ ਨਾਲ ਜਨਮਾਂ ਜਨਮਾਂਤਰਾਂ ਦੀ ਮੈਲ ਧੁੱਲ ਜਾਂਦੀ ਹੈ। ਇਸ ਵਾਸਤੇ ਇਸ ਸੰਪਦਾ ਨੂੰ ਜਲ ਕਹਿੰਦੇ ਨੇ, ਵੀ ਇਸ਼ਨਾਨ ਹੋ ਗਿਆ ਔਰ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਧੁੱਲ ਗਏ। ਬਾਹਰ ਪ੍ਰਿਥਵੀ ਦੇ ਉੱਤੇ ਅਨੇਕਾਂ ਇਸ ਤਰ੍ਹਾਂ ਦੇ ਤੱਟ ਨੇ, ਤੀਰਥ ਨੇ, ਜਿੱਥੇ ਬੈਠ ਕੇ ਕਿਸੇ ਵਕਤ ਸੰਤ ਜਨਾਂ ਨੇ ਜਪ ਕੀਤਾ ਸੀ, ਤਪ ਕੀਤਾ ਸੀ, ਪ੍ਰਭੂ ਦੀ ਧੁਨ ਗੁੰਜਾਰ ਉਚਾਰਨ ਕੀਤੀ ਸੀ। ਤੋ ਆਦਿ ਕਾਲ ਤੋਂ ਇੱਕ ਖਿਆਲ ਬਣਿਆ ਹੋਇਆ, ਔਰ ਇਹ ਸਹੀ ਹੈ ਕਿ ਜਿਸ ਵਕਤ ਮਨੁੱਖ ਪਰਮਾਤਮਾ ਦੇ ਨਾਮ ਦੀ ਧੁਨ ਉਚਾਰਨ ਕਰਦਾ ਹੈ, ਧੁਨ ਦੀ ਸਤਿਆ ਪਾਣੀ ਆਪਣੇ ਆਪ ਵਿੱਚ ਆਤਮਸਾਤ ਕਰ ਲੈਂਦਾ ਔਰ ਮਿੱਟੀ ਵੀ ਆਤਮਸਾਤ ਕਰ ਲੈਂਦੀ। ਜਪ ਦਾ ਜ਼ਿਆਦਾ ਪ੍ਰਭਾਵ ਕੋਲ ਪਏ ਹੋਏ ਪਾਣੀ ਤੇ ਪੈਂਦਾ, ਚਾਹੇ ਉਹ ਪਾਣੀ ਨਦੀ ਦਾ ਹੋਵੇ, ਸਰੋਵਰ ਦਾ ਹੋਵੇ, ਚਾਹੇ ਕਿਸੇ ਬਰਤਨ ਵਿੱਚ ਪਿਆ ਹੋਵੇ। ਤਦੀ ਤੇ ਅਸੀਂ ਦੇਖਦੇ ਹਾਂ ਕਿ ਪੰਜ ਪਿਆਰੇ ਜਦ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਤਾਂ ਪਾਣੀ ਅੰਮ੍ਰਿਤ ਬਣ ਜਾਂਦਾ ਹੈ। ਪਾਣੀ ਬਾਣੀ ਨੂੰ ਆਪਣੇ ਆਪ ਦੇ ਵਿੱਚ ਆਤਮਸਾਤ ਕਰ ਲੈਂਦਾ ਹੈ, ਆਪਣੇ ਵਿੱਚ ਲੀਨ ਕਰ ਲੈਂਦਾ। ਸ਼ਬਦ ਦੀਆਂ ਤਰੰਗਾਂ ਨੂੰ ਪਾਣੀ ਆਪਣੇ ਵਿੱਚ ਆਤਮਸਾਤ ਕਰਨ ਦੀ ਪੂਰਨ ਤੌਰ ਤੇ ਸਮਰੱਥਾ ਰੱਖਦਾ ਹੈ। ਇਸ ਤਰ੍ਹਾਂ ਦੇ ਜਲ ਨੂੰ, ਇਸ ਤਰ੍ਹਾਂ ਦੇ ਪਾਣੀ ਨੂੰ ਅੰਮ੍ਰਿਤ ਆਖਿਆ ਗਿਆ। ਜਿਨ੍ਹਾਂ ਨਦੀਆਂ ਦੇ ਤੱਟ ਦੇ ਤੇ ਰਿਸ਼ੀ ਮੁਨੀਆਂ ਨੇ, ਸੰਤ ਜਨਾਂ ਨੇ ਬਹੁਤ ਜਪ ਕੀਤਾ ਹੈ, ਬਹੁਤ ਤਪ ਕੀਤਾ ਹੈ, ਤੇ ਪ੍ਰਭੂ ਨਾਮ ਦੀ ਗੁੰਜਾਰ ਜ਼ਿਆਦਾ ਉਚਾਰਨ ਕੀਤੀ ਹੈ, ਉਹ ਨਦੀਆਂ ਅੱਜ ਤੱਕ ਪੂਜਨੀਕ ਗਿਣੀਆਂ ਗਈਆਂ ਨੇ ਔਰ ਪੂਜੀਆਂ ਜਾਂਦੀਆਂ ਨੇ। ਮਹਿਜ਼ ਮਤਲਬ ਇਤਨਾ ਹੈ ਕਿ ਉਹਨਾਂ ਨਦੀਆਂ ਦੇ ਜਲ ਨੇ ਨਾਮ ਨੂੰ, ਨਾਮ ਦੀ ਧੁਨ ਨੂੰ, ਸ਼ਬਦ ਨੂੰ ਆਪਣੇ ਆਪ ਦੇ ਆਤਮਸਾਤ ਕੀਤਾ। ਦੂਸਰਾ ਪ੍ਰਭਾਵ ਪੈਂਦਾ ਹੈ ਖਾਕ ਤੇ, ਮਿੱਟੀ। ਇਸ ਵਾਸਤੇ ਆਦਿ ਕਾਲ ਤੋਂ ਸਤਿਪੁਰਸ਼ਾਂ ਦੇ ਚਰਨਾਂ ਦੀ ਖਾਕ ਮਸਤਕ ਤੇ ਲੋਕ ਲਾਂਦੇ ਰਹੇ ਨੇ ਔਰ ਇਹਦੇ ਵਿੱਚ ਸੁੱਖ ਆਨੰਦ ਹਾਸਲ ਕਰਦੇ ਰਹੇ। ਈਰਾਨ ਦੇ ਇੱਕ ਪ੍ਰਸਿੱਧ ਸੰਤ ਹਾਫਿਜ਼ ਦਾ ਕਹਿਣਾ ਹੈ
सुरमा कुंतो हाक औलिया, ताबा बेनी इब्तिदा ता इंतहा। जे तू आद तो लैके अंत तक वेखना चाहना है ਤਾਂ ਮਹਾਂਪੁਰਸ਼ਾਂ ਦੇ ਚਰਨਾਂ ਦੀ ਖਾਕ ਦਾ ਸੁਰਮਾ ਬਣਾ, ਆਪਣੇ ਮਸਤਕ ਤੇ ਲਾ, ਆਪਣੀ ਅੱਖਾਂ ਦੇ ਚ ਪਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਅੰਤਰਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰ। हे ਪ੍ਰਭੂ, ਇੱਕ ਮੇਰੇ ਵੀ ਮਨ ਦੀ ਸਰਧਾ, ਇੱਕ ਮੇਰੇ ਵੀ ਮਨ ਦੀ ਮੰਗ ਹੈ, ਪੂਰਨ ਕਰ, ਬਖਸ਼ਿਸ਼ ਕਰ, ਔਰ ਇਹ ਸੁੱਖ ਮੈਨੂੰ ਦੇ। ਕਿਹੜਾ ਸੁੱਖ ਤੁਹਾਨੂੰ ਚਾਹੀਦਾ ਹੈ? ਤੇ ਸਤਿਗੁਰੂ ਕਹਿੰਦੇ ਨੇ, ਨਾਨਕ ਦਾਸ ਅਹੈ ਸੁਖ ਮੰਗੇ, ਮੋਕੋ ਕਰ ਸੰਤਨ ਕੀ ਧੂਰ। ਇਹ ਅੰਤਰ ਆਤਮਾ ਦੀ ਜਾਣਨ ਵਾਲੇ ਪ੍ਰਭੂ, ਇੱਕ ਮੇਰੀ ਵੀ ਸ਼ਰਧਾ ਪੂਰਨ ਕਰ, ਇੱਕ ਮੇਰੀ ਵੀ ਮੰਗ ਪੂਰੀ ਕਰ। ਕੀ ਮੰਗ ਹੈ, ਕੀ ਚਾਹਤ ਹੈ? ਨਾਨਕ ਦਾਸ ਅਹੈ ਸੁਖ ਮੰਗੇ, ਮੋਕੋ ਕਰ ਸੰਤਨ ਕੀ ਧੂਰ। ਬਸ ਇਹੀ ਸੁੱਖ ਮੇਰੀ ਝੋਲੀ ਦੇ ਚ ਪਾ ਕਿ ਸੰਤ ਦੇ ਚਰਨਾਂ ਦੀ ਖਾਕ ਮੈਨੂੰ ਬਣਾ ਦੇ, ਸੰਤ ਦੇ ਚਰਨਾਂ ਦੀ ਖਾਕ ਪ੍ਰਾਪਤ ਹੋਵੇ। ਤੋ ਜਪਿਆ ਹੋਇਆ ਨਾਮ ਖਾਕ ਆਤਮਸਾਤ ਕਰ ਲੈਂਦੀ ਹੈ। ਨਾਮ ਦੀ ਗੁੰਜਾਰ ਪਾਣੀ ਆਪਣੇ ਆਪ ਦੇ ਚ ਆਤਮਸਾਤ ਕਰ ਲੈਂਦਾ। ਪਾਣੀ ਅੰਮ੍ਰਿਤ ਬਣ ਜਾਂਦਾ ਹੈ, ਖਾਕ ਐਸਾ ਅਕਸੀਰ ਸੁਰਮਾ ਬਣ ਜਾਂਦੀ ਹੈ ਜਿਸ ਦੇ ਨਾਲ ਲੋਕ ਦੀ ਸਚਾਈ ਤੇ ਪਰਲੋਕ ਦੀ ਗਹਿਰਾਈ ਦਿਖਾਈ ਦੇਣ ਲੱਗਦਾ। ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਸ ਪੌੜੀ ਦੇ ਖਾਨ ਕਿ हे ਪ੍ਰਭੂ ਅਕਾਲ ਪੁਰਖ, ਧਰਮ ਦੀ ਸਾਰੀ ਸਾਧਨਾ ਇਸ ਵਾਸਤੇ ਹੈ ਕਿ ਤੈਨੂੰ ਅਸੀਂ ਭਾ ਜਾਈਏ, ਤੈਨੂੰ ਅਸੀਂ ਪਿਆਰੇ ਲੱਗੇ। ਤੋ ਮੈਂ ਤੀਰਥਾਂ ਦਾ ਇਸ਼ਨਾਨ ਤੇ ਤਾਂ ਹੀ ਕਰਾਂ ਜੇ ਤੈਨੂੰ ਭਾ ਜਾਵਾਂ। ਤੀਰਥ ਨਾਵਾਂ ਜੇ ਕਿਸ ਭਾਵਾਂ, ਵਿਣ ਭਾਣੇ ਕੇ ਨਾਈ ਕਰੀ। ਮੈਂ ਇਸ਼ਨਾਨ ਕਰਾਂ ਤੇ ਤੈਨੂੰ ਚੰਗਾ ਹੀ ਨਾ ਲੱਗੇ, ਮੈਂ ਇਸ਼ਨਾਨ ਕਰਾਂ ਤੇ ਤੈਨੂੰ ਭਾਵਾਂ ਹੀ ਨਾ, ਤੋ ਐਸਾ ਇਸ਼ਨਾਨ ਤੇ ਵਿਅਰਥ ਚਲਾ ਗਿਆ, ਇਹ ਤੀਰਥਾਂ ਦਾ ਰਟਨ ਵਿਅਰਥ ਚਲਾ ਗਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅੱਗੇ ਫਰਮਾਨ, ਜੇਤੀ ਸਿਰਸ਼ਟ ਉਪਾਈ ਵੇਖਾਂ, ਵਿਣ ਕਰਮਾ ਕੇ ਮਿਲੇ ਲੈ। ਪਾਤਸ਼ਾਹ ਕਹਿੰਦੇ, ਜਿੱਥੇ ਤੱਕ ਮੈਂ ਸ੍ਰਿਸ਼ਟੀ ਨੂੰ ਵੇਖਦਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ, ਇਸ ਦੇ ਧਨ ਸੰਪਦਾ ਹੈ, ਤਰ੍ਹਾਂ ਤਰ੍ਹਾਂ ਦੇ ਮਾਲ ਖਜ਼ਾਨੇ ਨਾਲ ਇਹ ਸ੍ਰਿਸ਼ਟੀ ਭਰੀ ਪਈ ਹੈ, ਪਰ ਕਰਮਾਂ ਤੋਂ ਬਿਨਾਂ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਬਸ ਕਰਮਾਂ ਦਾ ਮਟਕਾ ਜਿਤਨਾ ਹੋਵੇ, ਸੰਸਾਰ ਦੇ ਪਦਾਰਥਾਂ ਦੇ ਜਲ ਦੇ ਚੋਂ ਉਤਨਾ ਹੀ ਜਲ ਪ੍ਰਾਪਤ ਹੁੰਦਾ। ਆਪਣੀ ਕਰਮਾਂ ਦੀ ਮਟਕੀ ਵੱਡੀ ਕਰ ਲਈਏ, ਜ਼ਿਆਦਾ ਪ੍ਰਾਪਤ ਹੋ ਜਾਂਦਾ। ਜਗਤ ਤੇ ਪਦਾਰਥਾਂ ਦਾ ਸਾਗਰ ਹੈ, ਅਨੰਤ ਪਦਾਰਥ ਨੇ, ਜੀਵਨ ਮੁੱਕ ਜਾਂਦਾ ਹੈ, ਪਦਾਰਥ ਨਹੀਂ ਮੁੱਕ। ਜ਼ਿੰਦਗੀ ਖਤਮ ਹੋ ਜਾਂਦੀ ਹੈ, ਸੁੰਦਰਤਾ ਨਹੀਂ ਖਤਮ ਹੁੰਦੀ। ਜੀਵਨ ਦਾ ਅੰਤ ਹੋ ਜਾਂਦਾ ਹੈ, ਧਨ ਸੰਪਦਾ ਦਾ ਅੰਤ ਨਹੀਂ ਹੁੰਦਾ। ਤੋ ਜਗਤ ਵਿੱਚ ਬਹੁਤ ਕੁਝ ਹੈ, ਲੇਕਿਨ ਕਰਮਾਂ ਦਾ ਮਟਕਾ, ਕਰਮਾਂ ਦੀ ਝੋਲੀ ਜਿਤਨੀ ਹੋਵੇ, ਵਸਤੂ ਤਾਂ ਉਤਨੀ ਹੀ ਪ੍ਰਾਪਤ ਹੁੰਦੀ ਹੈ। ਜੇਤੀ ਸਿਸ਼ਟ ਉਪਾਈ ਵੇਖਾਂ, ਵਿਣ ਕਰਮਾ ਕਹਿ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੇ। ਇੱਥੇ ਮੇਰੇ ਪਾਤਸ਼ਾਹ ਬੜੀ ਬੁਨਿਆਦੀ ਗੱਲ ਕਰਦੇ ਨੇ, ਜੇ ਸ੍ਰਿਸ਼ਟੀ ਵਿੱਚ ਬਹੁਤ ਕੁਝ ਹੈ ਤਾਂ ਮਨੁੱਖ ਦੀ ਮਤ ਦੇ ਵਿੱਚ ਵੀ ਬਹੁਤ ਕੁਝ। ਮਨੁੱਖ ਨੇ ਅਜੇ ਬਾਹਰੋਂ ਹੀ ਖੋਜੇ, ਸਾਗਰ ਦਾ ਸੀਨਾ ਚੀਰ ਕੇ ਮਨੁੱਖ ਨੇ ਮੋਤੀ ਲੱਭੇ, ਪਹਾੜਾਂ ਦੀ ਕੁੱਖ ਦੇ ਚੋਂ
मनुख ने चांदी सोना हीरे जवाहरात लभे, दरियावां दी खाक ते रेत दे चों मनुख ने नीलम मूंगे पन्ने लभे। जिथे सृष्टि ते पहाड़ तरह तरह दे रतन जवाहरात नाल भरी पई है, मनुख दी मत भी भरी हुई। मनुख दे मन दे च भी बहुत कुछ, मनुख दी बुद्धि दे च भी बहुत कुछ, पर खोज अजे बैरूनी है। अजे बारों खोज खोज के मनुख थकिया नहीं, अजे अंतर आत्मे दी तरफ मुड़िया नहीं। एक गल भी स्पष्ट हो गई है कि मनुख कुछ खोज रहे, बैठिया उठदिया चलदिया सौंदिया जागदिया मनुख दी चेतना कुछ तलाश कर रही है, कुछ खोज रही है। और सियाणे ते कहंदे ने खोज दा ना ही मनुख, खोज नूं ही मनुख कहंदे ने। इत्थे ठीक है कि बाकी जीवन दे अंदर भी खोज है, पर सिर्फ रिजक दी खोज, सिर्फ रोजी दी खोज। पंछी भी सवेरे कुछ ना कुछ तलाश करन नूं उडारियां मारन लग पैंदे ने, दूर दराज तक जांदे ने, पर तलाश करदे ने सिर्फ रिजक। चौपाए जानवर भी भज्जे दौड़े फिरदे ने, कुछ लभ रहे ने, कुछ खोज कर रहे ने, पर सिर्फ रिजक दी खोज कर रहे ने। मनुख दी महानता अपने आप दे च बहुत वड्डी है। इन्हें सिर्फ रिजक दी ही खोज नहीं कीती, राज़िक रहिंद दी भी खोज की, कला दी खोज कीती है, ज्ञान दी खोज कीती है, विज्ञान दी खोज कीती है। जीवन दे बहु पख है मनुख ने खोजे ने। खोज उस दिन संपूर्ण होंदी है जिस दिन संपूर्ण दी खोज मनुख कर लेंदा। उस तो पहले खोज अधूरी है, ते अधूरी खोज अतृप्ति नूं जन्म देती। इस वास्ते मनुख बहुत कुछ खोज लैंदा है, पर तृप्त नहीं आउंदा। पहाड़ां दे चों हीरे खोज लए ने, सागर दे चों मोती लभ लए ने, दरियावां दी खाक दे चों तरह तरह दे जवाहरात मनुख ने लभ लए ने, धरती दे चों बहुत कुछ मनुख ने तलाश कर लिया। लेकिन मनुख दे जीवन रूपी धरती दे च भी बहुत कुछ, मत दे च भी बहुत कुछ। मेरे पातशाह फरमान करदे ने, मत विच रतन जवाहर माणक, जे एक गुर की सिख सुने। कुछ औजार ते बैरूनी साधना दे नाल मनुख पहाड़ां दी खुदाई करदा है, ते ओहदे चों तरह तरह दी मैदनियात नूं लभदा है। पर जीवन दी खुदाई किवें करिए, जीवन दे चों ए रतन किवें लवीए? तो साहिब कहंदे ने, जे एक गुर की सिख सुने। तू गुरु दी एक सिखिया सुन, तू गुरु दा शब्द सुन, सुनदियां ही मत दे चों रतन प्रगट होण। ज्ञान दे रतन, सबर संतोख दे रतन, खिमा निर्वैर भाव दे रतन, आनंद दे रतन। और इस तरह तेनू प्रतीत होवेगा कि तेरा जीवन, तेरी मत रत्ना दी खान, इतनी वड्डी खान है कि जितनी गहराई विच खुदाई करदा चला जाएगा, रतन प्राप्त होंदे जान। सौगात तेरी झोली विच वधदी जाएगी, मिलदी जाएगी। तो मत विच रतन जवाहर माणक, जे एक गुर की सिख सुन। बाहर दी संपदा नूं मनुख ने मुल दिता है, अजे जीवन दे अंदर पई हुई संपदा नूं मनुख ने मुल नहीं दिता। मनुख ने इसनूं अजे महान नहीं मनिया। ओहदा एक मूल कारण कि अजे उसदा इसने रस नहीं माणिया, कि रस उदों ही मान सकदा है जदों प्राप्त होवे। तो ये प्राप्त कर सके, ये खोज कर सके, इस वास्ते गुरु दी सिक्ख्या दी लोड़, गुरु उपदेश दी लोड़ है कि इहदी चेतना, इसदी खोज, इसदी सुरत अंतर आत्मे विच गमन करे। भगत पीपा जी दा फरमान है, काया बहुखंड खोज ते नौ निध पाई। इस बहुखंडी काया दी मैं खोज कीती, गहरे तल दे। ते खोजण दा इक्को एक ढंग है कि गुरु दा शब्द मनुख सुने। जितनी गहराई नाल सुनेगा,
जितने ध्यान नाल सुनेगा उतनी सुर गहरी जावेगी, और जितनी गहराई विच जावेगी उतने रतन पदार्थ झोली विच पैण। जैसे संख ते सिपियां इते सागर दे किनारे भी लभ जांदे ने, पर मोती गहरे पानी विच जाना पै। शरीर दे उपर उपर ते काम है, वासना जीवन दे किनारे दे ते सिपियां ही पईयां ने, ते संख पै ने, ते घोगे पै ने। थोड़ा जिहा अंतर झात मारीए, गहराई विच जाइए, तां ਉਹ ਅਦੁੱਤੀ ਰਤਨ ਪਏ ਨੇ ਜਿਸ ਦੇ ਮਿਲਦਿਆਂ ਹੀ ਮਨੁੱਖ ਦਾ ਜੀਵਨ ਧਨ ਧਨ ਹੋ ਜਾਂਦਾ, ਸੰਪੂਰਨ ਹੋ ਜਾਂਦਾ। ਤੋ ਭਗਤ ਪੀਪਾ ਜੀ ਕਹਿੰਦੇ ਨੇ, ਇਸ ਬਹੁਖੰਡੀ ਕਾਇਆ ਦੀ ਮੈਂ ਬਹੁ ਪ੍ਰਕਾਰ ਨਾਲ ਖੋਜ ਕੀਤੀ। ਕਾਇਆ ਬਹੁਖੰਡ ਖੋਜ ਤੇ ਨੌ ਨਿਧ ਪਾਈ, 9 ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ, 9 ਰਤਨਾਂ ਦੀ ਪ੍ਰਾਪਤੀ ਹੋ ਗਈ। काया बहुखंड खोज ते नौ निध पाई, ना कछ आए बो ना कछ जाए बो, राम की दुहाई जो ब्रह्मंडे सोई पिंडे, जो खोजे सो पावे। परमात्मा ने जो कुछ ब्रह्मंड दे छुपा के रखिया है, वही पिंड दे छुपा के जो सागर ते पहाड़ां दे छुपा के रखिया है, वही मत दे छुपा के रखे। ਲੱਭਣਾ ਪੈ, ਗੀਟੀਆਂ ਤੇ ਪੱਥਰ ਤੇ ਪਹਾੜਾਂ ਦੇ ਉੱਪਰ ਵੀ ਮਿਲ ਜਾਣਗੇ, ਪਰ ਸੋਨਾ ਚਾਂਦੀ ਹੀਰਾ ਖੁਦਾਈ ਕਰਕੇ ਲੱਭੇਗਾ, ਗਹਿਰੇ ਤਲ ਵਿੱਚ ਜਾਣਾ ਪਏਗਾ। ਔਰ ਇਤਨੀ ਗੱਲ ਵੀ ਸਪਸ਼ਟ ਹੈ ਕਿ ਸਾਰੇ ਪਹਾੜਾਂ ਵਿੱਚ ਸੋਨਾ ਨਹੀਂ, ਸਮੂਹ ਸਾਗਰ ਦੇ ਤਲ ਵਿੱਚ ਮੋਤੀ ਨਹੀਂ ਨੇ, ਪਰ ਜੀਵਨ ਦਾ ਤਲ ਤੇ ਮੋਤੀਆਂ ਨਾਲ ਭਰੇ ਹੋਏ, ਮਾਣਕ ਨਾਲ ਭਰੇ ਹੋਏ, ਰਤਨਾਂ ਨਾਲ ਭਰੇ ਹੋਇਆ। ਕੋਈ ਵੀ ਮਤ ਇਹਨਾਂ ਰਤਨਾਂ ਤੋਂ ਖਾਲੀ ਨਹੀਂ। ਅਗਰ ਕੋਈ ਖੋਜ ਕਰੇ ਤਾਂ ਇਹ 9 ਨਿਧਾਨ ਝੋਲੀ ਵਿੱਚ ਆਣ ਕੇ ਪੈਣਗੇ, ਔਰ ਮਿਲਦਿਆਂ ਹੀ ਮਨੁੱਖ ਦੀ ਜ਼ਿੰਦਗੀ ਸੰਪੂਰਨ ਹੋਵੇਗੀ। ਪਾਤਸ਼ਾਹ ਫਰਮਾਨ ਕਰਦੇ ਨੇ, ਮਤ ਵਿੱਚ ਰਤਨ ਜਵਾਹਰ ਮਾਣਕ। ਇਸ ਮਤ ਦੇ ਅੰਦਰ, ਇਸੇ ਮਨ ਦੇ ਅੰਦਰ परमात्मा नाम दा रतन है। इसे ही मत दे अंदर सबर संतोख पिया, निर्वैर पिया, रब्बी गुण कोई बार नहीं ने, ते ना ही बाजार विच मिलदे ने, ना ही किधरों बाहरों उपलब्ध हो सकते ने। ये तमाम दैवी संपदा जीवन दे अंदर पई है, और ये अवसर मनुख अपने हथों गवा बैठ, जीवन दा अंत हो जाता है कि जीवन दी खुदाई नहीं करता, मत दे चों कुछ लभण दी कोशिश नहीं करता। मनुख दी मत ते ऐसा प्रकाश रख रही है जो परमात्मा दा ही प्रकाश है। मन तू जोत स्वरूप है अपना मूल पछाण। मन दे एक हिस्से नूं ही मत कहंदे। जद विचारां ते फुरनियां दी दुनिया शुरू होवे उदों मत है, और जद गहरे तल दे च किसे नूं याद कर रहा होवे, मन ही चित बन जाता। ये मन दे ही अंग ने, ये मन दे ही रूप ने। तो मन नूं खोजदियां रब आखिर प्राप्त हो जाता है। इस वास्ते मेरे पातशाह कहते ने, इस मन को कोई खोजो भाई, मन खोजत नाम नौ निध पाई। हे मेरे भाई, कोई तो इस मन की खोज करे। ये ठीक है कि तन की खोज करांगे, खून मास हड्डियां मिंज, इस तो बिना होर कुछ नहीं मिलता। तन दे जितने भी गहरे तल विच चले जाइए, मास तो बिना, दुर्गंधी तो बिना, खून तो बिना, विष्टा तो बिना, मिंज तो बिना होर कुछ प्राप्त नहीं होना, हथे होर कुछ नहीं लगेगा। और सब ऐसा कह भी नहीं रहे कि तन विच खोजना है, नहीं, मन नू खोजो। इस मन को कोई खोजो भाई, मन खोजत नाम नौ निध पाई। खोजो इस मन नो, और इस मन नो जैसे खोजोगे 9 निधान की प्राप्ति हो जाएगी, 9 खजानियां की प्राप्ति हो जाएगी। 6वीं पौड़ी दे मूल उपदेश गुरु नानक देव जी महाराज का यही कि मत विच रतन जवाहर माणक, जे एक गुर की सिख सुने। जे किधरे तू एक गुरु की सिक्ख्या सुन लवे, गुरु का शब्द सुन लवे,
ਤੇ ਤੇਰੇ ਜੀਵਨ ਦੇ ਅੰਦਰੋਂ, ਤੇਰੇ ਮਨ ਦੇ ਅੰਦਰੋਂ 9 ਖਜ਼ਾਨੇ ਪ੍ਰਗਟ ਹੋ ਜਾਣ। ਅਨੇਕਾਂ ਅਨੇਕਾਂ ਰਤਨ ਤੇਰੇ ਅੰਦਰ ਛੁਪੇ ਪਏ ਨੇ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰੂ ਕੋਲ ਤੇ ਦਰਅਸਲ ਸੂਝ ਹੀ ਲੈਣੀ ਹੈ, ਬੂਝ ਹੀ ਲੈਣੀ ਹੈ। ਗੁਰਾ ਇੱਕ ਦੇ ਬੁਝਾਏ, ਗੁਰੂ ਦੀ ਲੋੜ ਕੀ ਹੈ? ਕਿਉਂ ਹੈ? ਕੁਝ ਬੂਝ ਮਿਲੇ, ਕੁਝ ਸੂਝ ਮਿਲੇ। ਸੰਸਾਰ ਦੀ ਸੂਝ ਤੇ ਅਸੀਂ ਸੰਸਾਰ ਤੋਂ ਲੈ ਲੈਂਦੇ ਹਾਂ, ਬਾਹਰੋਂ ਲੈ ਲੈਂਦੇ। ਧਨ ਕੀ ਹੈ, ਰੂਪ ਕੀ ਹੈ, ਰੰਗ ਕੀ ਹੈ, ਪਦਾਰਥ ਕੀ ਨੇ, ਇਹ ਸੂਝ ਤੇ ਸਾਨੂੰ ਕਦਮ ਕਦਮ ਤੇ ਮਿਲ ਜਾਂਦੀ ਹੈ। ਮਾਂ ਬਾਪ ਤੋਂ ਮਿਲ ਜਾਂਦੀ ਹੈ, ਪਰਿਵਾਰ ਤੋਂ ਮਿਲ ਜਾਂਦੀ ਹੈ, ਸੰਸਾਰ ਤੋਂ ਮਿਲ ਜਾਂਦੀ ਹੈ। ਪਰ ਉਹਨਾਂ ਰਤਨਾਂ ਦੀ ਬੂਝ ਜੋ ਮਨੁੱਖ ਦੇ ਅੰਤਰ ਆਤਮੇ ਚ ਪਏ ਨੇ, ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਇਸ ਵਾਸਤੇ ਧਾਰਮਿਕ ਦੁਨੀਆ ਵਿੱਚ ਗੁਰੂ ਦੀ ਬਹੁਤ ਵੱਡੀ ਮਹਾਨਤਾ ਹੈ। ਤੇ ਗੁਰੂ ਨਾਨਕ ਨੇ ਜਿਸ ਮਾਰਗ ਨੂੰ ਜਨਮ ਦਿੱਤਾ, ਉਸ ਮਾਰਗ ਦਾ ਨਾਂ ਹੀ ਗੁਰੂ ਘਰ ਪੈ ਗਿਆ, ਗੁਰੂ ਮਤ ਪੈ ਗਿਆ। ਤੇ ਗੁਰੂ ਨੂੰ ਮਿਲੇ ਬਿਨਾ ਪ੍ਰਭੂ ਤੱਕ ਪਹੁੰਚਣਾ ਬਹੁਤ ਔਖਾ ਹੈ, ਬਹੁਤ ਔਖਾ। ਗੁਰੂ ਮਾਰਗ ਹੈ, ਗੁਰੂ ਰਸਤਾ ਹੈ। ਇਸ ਵਾਸਤੇ ਇਸ ਰਸਤੇ ਦਾ ਨਾਮ ਵੀ ਪੈ ਗਿਆ ਗੁਰੂ ਪੰਥ। ਉਹ ਪੰਥ, ਉਹ ਮਾਰਗ ਜੋ ਗੁਰੂ ਨੇ ਬਣਾਇਆ, ਜੋ ਗੁਰੂ ਨੇ ਹੀ ਸੰਵਾਰਿਆ, ਸ਼ਿੰਗਾਰਿਆ, ਉਸੇ ਤੇ ਚੱਲ ਕੇ ਹੀ ਮਨੁੱਖ ਪਰਮਾਤਮਾ ਤੱਕ ਪਹੁੰਚ ਸਕੇਗਾ। तो गुरु कोल मंगना की है? आखिर मनुख दा मन अमंग ते हो नहीं सकता। मंगना की है? तो मंग ए मंगनी है, गुरा एक दे बुझाई। हे गुरु बख्शिश कर, एक बूझ बुझा, एक सूझ दे, एक समझ दे। केड़ी बूझ, केड़ी सूझ, केड़ी समझ? सबना जिया का एक दाता, सो मैं विसर ना जाए। जो सारे जीवां दा दाता है, जो सारियां नू रोजी दे रहा है, ਉਹ ਮੈਨੂੰ ਬਿਲਕੁਲ ਭੁੱਲੇ ਹੀ ਨਾ। ਜਿਸ ਨੂੰ ਭੁੱਲ ਜਾਈਏ ਸੰਬੰਧ ਟੁੱਟ ਜਾਂਦੇ, ਜਿਸ ਨੂੰ ਯਾਦ ਕਰਦੇ ਰਹੀਏ ਸੰਬੰਧ ਜੁੜੇ ਰਹਿੰਦੇ। ਮਾਂ ਬੱਚੇ ਨੂੰ ਭੁੱਲ ਗਈ ਹੈ, ਬੱਚੇ ਨਾਲ ਸੰਬੰਧ ਟੁੱਟ ਗਿਆ। ਬੱਚਾ ਮਾਂ ਨੂੰ ਭੁੱਲ ਗਿਆ, ਮਾਂ ਨਾਲ ਸੰਬੰਧ ਟੁੱਟ ਗਿਆ। ਵੱਡਾ ਭਰਾ ਛੋਟੇ ਨੂੰ ਭੁੱਲ ਜਾਵੇ, ਛੋਟਾ ਵੱਡੇ ਨੂੰ ਭੁੱਲ ਜਾਵੇ, ਸੰਬੰਧ ਟੁੱਟ ਗਿਆ। ਮਿੱਤਰ ਮਿੱਤਰ ਨੂੰ ਭੁੱਲ ਜਾਣ तो भुलदियां ही संबंध टूट गए। जगत दे तमाम संबंध याद ते खड़े, चेते ते खड़े। घर विच जो पदार्थ पे है उहदे नाल भी संबंध जुड़दा है याद करके। जो चेते च निकल गया है पदार्थ, वो भावें है लेकिन फिर भी नहीं है, क्योंकि याद दे चों निकल गए, चेते दे चों निकल गए। जिस वस्तु नाल संबंध जोड़ना है उसका चिंतन, उसका चेता बड़ा लाजमी। तो अक्सर ऐसा होता है कि जो चित दे चों निकल गया संबंध टूट गया, जो याद दे चों निकल गया रिश्ता टूट गया। गूढ़े तो गूढ़ा रिश्ता, वड्डे तो वड्डा रिश्ता भी याद ते खड़ा है। जिसनों जितना ज्यादा याद करिए उतना गहरा संबंध जुड़ता है, उतना गहरा रिश्ता जुड़ता है। तो परमात्मा ते व्यापक, सर्व व्यापक है, रोम रोम विच व्यापक है। और इस नाल संबंध जुड़ सकता है याद करके। एक मनुख कोल बैठा हुंदा है ते असीं कह देने आ, पुछदे आ भी ये जिहड़ा कोल बैठा है ये कौन है, तुहाडा की लगदा है? ते मनुख बोल पैंदा है ये ते कोई दूर दा जापदा है। तो दूरी ते 2 फुट दी भी नहीं है, कोल बैठा, बिल्कुल कोल बैठा है। और मनुख कह रहा है दूर दा जापदा है। एक ऐसे मनुख दा नाम लिया गया जो गालबन 5000 मील दी दूरी ते रहिंदा है। कि जैसे नाम लिया गया एकदम सुनन वाला खिड़ उठा, प्रसन्न हो गए, तो कहन लगाओ ते साडे नेड़े दा है। 5000 मील दी दूरी ते रहन वाला नेड़े दा है, कोल बैठा होया दूर दा है।
परमात्मा बहुत निकट है। बकौले भगत रविदास कह रविदास, हाथ पे नेरे सहजे होए सो होई। ਇਹ ਹੱਥ ਵੀ ਦੂਰ ਹੋ ਸਕਦਾ, ਉਹ ਤੇ ਰੋਮ ਰੋਮ ਵਿੱਚ, ਉਹ ਤੇ ਵਿਆਪਕ ਹੈ। ਲੇਕਿਨ ਦੂਰੀ ਕਿਉਂ ਹੈ? ਯਾਦ ਦੇ ਚ ਨਹੀਂ, ਕੋਈ ਸੰਬੰਧ ਨਹੀਂ, ਉਸ ਦਾ ਚਿੰਤਨ ਨਹੀਂ। ਤੋ ਉਸ ਪਰਮ ਸ਼ਕਤੀ ਨਾਲ ਜੋ ਸਾਡੇ ਰੋਮ ਰੋਮ ਵਿੱਚ ਵਿਆਪਕ ਹੈ ਤੇ ਦੇਵੀ ਆਨੰਦ ਦੀ ਮਾਲਕ ਹੈ, ਦੇਵੀ ਸੰਪਦਾ ਦਾ ਜੋ ਮਹਾਨ ਖਜ਼ਾਨਾ ਹੈ, ਜੋ ਗੁਣ ਨਿਧਾਨ ਹੈ, ਸਾਡੇ ਰੋਮ ਰੋਮ ਵਿੱਚ ਵਿਆਪਕ ਹੈ। ਲੇਕਿਨ ਸਾਡੇ ਚੇਤੇ ਚੋਂ ਨਿਕਲ ਗਿਆ, ਸਾਡੀ ਯਾਦ ਦੇ ਚੋਂ ਨਿਕਲ ਗਿਆ, ਸਾਡੇ ਚਿੰਤਨ ਦੇ ਚੋਂ ਨਿਕਲ ਗਿਆ। ਇਸ ਵਾਸਤੇ ਕੋਲ ਹੁੰਦਾ ਹੋਇਆ ਵੀ ਦੂਰ ਹੈ, ਔਰ ਇਤਨਾ ਦੂਰ ਹੈ, ਕਈ ਦਫਾ ਮਨੁੱਖ ਨੇ ਕਹਿ ਦਿੱਤਾ ਹੈ ਕਿ ਉੱਤੇ 7ਵੇਂ ਆਸਮਾਨ ਤੇ, ਉੱਤੇ 7ਵੇਂ ਪਾਤਾਲ ਦੇ। ਦਰਅਸਲ ਜਿਸ ਨਾਲ ਕੋਈ ਸੰਬੰਧ ਨਹੀਂ, ਜਿਸ ਨਾਲ ਕੋਈ ਯਾਦ ਦਾ ਰਿਸ਼ਤਾ ਨਹੀਂ, ਉਹ ਤੇ ਹੈ ਹੀ ਦੂਰ। ਤੇ ਜਿਸ ਦਿਨ ਪ੍ਰਮਾਤਮਾ ਦੀ ਯਾਦ ਅੰਦਰੋਂ ਚੱਲ ਪੈਂਦੀ ਹੈ ਕਿ ਗੁਰੂ ਇਹ ਬੂਝ ਬੁਝਾ ਦਿੰਦਾ ਹੈ, ਉਸ ਦਿਨ ਮਨੁੱਖ ਨੂੰ ਪਤਾ ਚੱਲਦਾ ਹੈ ਕਿ ਹੱਥ ਵੀ ਦੂਰ ਹੈ, ਉਹ ਤੇ ਇਸ ਤੋਂ ਵੀ ਨੇੜੇ। ਕਹੋ ਰਵਿਦਾਸ, ਹਾਥ ਪੇ ਨੇਰੇ ਸਹਿਜੇ ਹੋਏ ਸੋ ਹੋਈ। ਕਾਹੇ ਰੇ ਬਨ ਖੋਜਨ ਜਾਏ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਤੇ ਤੇਰੇ ਵਿੱਚ, ਉਹ ਤੇ ਤੇਰੇ ਅੰਦਰ ਵਸਿਆ ਹੋਇਆ ਹੈ। ਤੋ ਗੁਰੂ ਕੋਲੋਂ ਇਹ ਬੂਝ ਲੈਣੀ, ਗੁਰੂ ਕੋਲ ਇਹ ਸੂਝ ਲੈਣੀ ਹੈ ਕਿ ਇਹ ਅਰਦਾਸ ਕਰਕੇ ਹੀ ਮੰਗ ਸਕਾਂਗੇ, ਇਹ ਬੇਨਤੀ ਨਾਲ ਹੀ ਪ੍ਰਾਪਤ ਕਰ ਸਕਾਂਗੇ। ਗੁਰੂ ਤੇ ਹੁਕਮ ਨਹੀਂ ਚੱਲ ਸਕਦਾ। ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚਲੇ ਅਰਦਾਸ। ਤੋ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਜੋ ਰਾਜ਼ਿਕ ਰਹਿੰਦ ਹੈ, ਰੋਜ਼ੀ ਦਹਿੰਦ ਹੈ, ਜ਼ਰਰੇ ਜ਼ਰਰੇ ਦੀ ਜੋ ਪਾਲਣਾ ਕਰ ਰਿਹਾ ਹੈ, ਉਹ ਮੈਨੂੰ ਭੁੱਲੇ ਨਾ, ਉਹਦੀ ਯਾਦ ਬਣੀ ਰਹੇ, ਔਰ ਉਸ ਦੀ ਯਾਦ ਹੀ ਜੀਵਨ ਵਿੱਚੋਂ ਅਨੇਕਾਂ ਰਤਨਾਂ ਨੂੰ ਪ੍ਰਗਟ ਕਰ ਦਿੰਦੀ ਹੈ, ਦੇਵੀ ਸੰਪਦਾ ਨੂੰ ਜਨਮ ਦੇ ਦਿੰਦੀ ਹੈ। ਜਿੱਥੇ ਪ੍ਰਭੂ ਚਿੰਤਨ ਹੈ, ਉੱਥੇ ਪ੍ਰਭੂ ਆਨੰਦ ਹੈ। ਜਿੱਥੇ ਪ੍ਰਭੂ ਵਿਸਰ ਗਿਆ ਹੈ, ਉੱਥੇ ਸਾਰੇ ਦੁੱਖ। ਜਿੱਥੇ ਪ੍ਰਮਾਤਮਾ ਦੀ ਯਾਦ ਹੈ, ਉੱਥੇ ਪਰਮ ਪ੍ਰਕਾਸ਼ ਹੈ। ਤੇ ਜਿੱਥੇ ਪ੍ਰਮਾਤਮਾ ਭੁੱਲ ਗਿਆ, ਉੱਥੇ ਤੇ ਮਸਿਆ ਦੀ ਰਾਤ, ਉੱਥੇ ਤੇ ਭਟਕਣਾ, ਉੱਥੇ ਤੇ ਠੋਕਰਾਂ ਨੇ। ਔਰ ਕਿਤਨੀਆਂ ਠੋਕਰਾਂ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ। ਪਰਮਾਤਮਾ ਨੂੰ ਭੁੱਲ ਜਾਈਏ, ਚੇਤੇ ਚੋਂ ਉਸ ਨੂੰ ਕੱਢ ਦਈਏ, ਤਾਂ ਕੋਈ ਇੱਕ ਰੋਗ ਥੋੜੀ ਵਿਆਪਦਾ, ਅਨੇਕਾਂ ਰੋਗ ਸਰੀਰ ਨੂੰ ਆ ਕੇ ਲੱਗਦੇ, ਮਨ ਨੂੰ ਆ ਕੇ ਲੱਗਦੇ। ਸਾਰੀ ਜ਼ਿੰਦਗੀ ਦੋਜ਼ਖ ਬਣ ਜਾਂਦੀ ਹੈ। ਉਸ ਦੀ ਯਾਦ ਹੀ ਜੀਵਨ ਨੂੰ ਸਵਰਗ ਬਣਾ ਦਿੰਦੀ ਹੈ, ਔਰ ਉਸ ਨੂੰ ਭੁੱਲ ਜਾਣਾ ਹੀ ਨਰਕ ਬਣ ਜਾਂਦਾ। ਇਸ ਵਾਸਤੇ ਸਾਹਿਬ ਸਾਨੂੰ ਮੰਗਣ ਦੀ ਜਾਚ ਸਿਖਾਉਂਦੇ ਨੇ। ਗੁਰੂ ਕੋਲੋਂ ਕੀ ਮੰਗਣਾ ਹੈ? ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾ।